मुंदा संतोख सरम पत चोली, ध्यान की करें विभूत। खिंथा काल कुंवारी काया जुगत, डंडा प्रतीत। आई पंथी सगल जमाती, मन जीता जग जीत। आदेश तिसै आदेश, आद अनील अनाद अनाहत। जुग जुग एको वेश। गुरु सवारे, गुरु दुलारे सत्संगी जनों, बड़े प्यार ਅਤੇ ਅਦਬ ਦੇ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਠ ਆਪ ਜੀ ਨੇ ਸਰਵਨ ਕੀਤਾ, ਇਹ ਪਾਠ ਜਪਜੀ ਸਾਹਿਬ ਜੀ ਦੀ ਪੌੜੀ ਨੰਬਰ 28 ਦਾ ਹੈ। ਆਓ ਇਸ ਦੀ ਵਿਚਾਰ ਸਰਵਨ ਕਰੋ ਜੀ। ਭਾਰਤ ਦੇਸ਼ ਦੇ ਅੰਦਰ 6 ਧਰਮ ਹਨ। There are 6 religions in India which have been awarded national minority status: Muslims, Christians, Sikhs, Jain, Buddhist and Zoroastrians। ਇਹਨਾਂ ਧਰਮਾਂ ਵਿੱਚ ਕਈ ਪੰਥ ਸੰਪਰਦਾਇ ਹਨ, ਜਿਨ੍ਹਾਂ ਵਿੱਚ ਯੋਗ ਮਤ ਵੀ ਹੈ। ਜਦ ਵੀ ਕਿਸੇ ਧਰਮ ਦਾ ਜਨਮ ਹੁੰਦਾ ਹੈ ਤਾਂ ਅਨੇਕ ਵਿਧੀਆਂ, ਅਨੇਕ ਉਪਾਏ, ਅਨੇਕ ਪ੍ਰਯੋਗ ਪਰਮਾਤਮਾ ਤੱਕ ਪੁੱਜਣ ਲਈ ਲੱਭੇ ਜਾਂਦੇ ਹਨ। ਧਰਮ ਦੇ ਮੂਲ ਸਰੋਤ ਦੇ ਨੇੜੇ ਤਾਂ ਕੇਵਲ ਪ੍ਰਤੀਕ ਹੁੰਦੇ ਹਨ, ਪਰ ਜਿਵੇਂ ਜਿਵੇਂ ਮੂਲ ਸਰੋਤ ਦੂਰ ਹੁੰਦਾ ਜਾਂਦਾ ਹੈ ਅਤੇ ਧਰਮ ਇੱਕ ਪਰੰਪਰਾ ਬਣ ਜਾਂਦੀ ਹੈ, ਪ੍ਰਤੀਕ ਜੜ ਹੋ ਜਾਂਦੇ ਹਨ, ਜਿਸ ਨੂੰ ਨਿਭਾਉਣਾ ਕੇਵਲ ਸਮਾਜਿਕ ਕਰਮ ਬਣ ਜਾਂਦਾ ਹੈ। ਯੋਗੀ ਸदैव ਆਪਣੇ ਨਾਲ ਕੁਝ ਪ੍ਰਤੀਕ ਰੱਖਦੇ ਹਨ। ਗੁਰੂ ਨਾਨਕ ਸਾਹਿਬ ਨੂੰ ਯੋਗੀ ਮਿਲਦੇ ਹਨ। ਯੋਗੀਆਂ ਨੇ ਪੁੱਛਿਆ, ਤੁਸੀਂ ਕੌਣ ਹੋ? ਗੁਰੂ ਨਾਨਕ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਮੈਂ ਬੇਦੀ ਕੁਲ ਵਿੱਚੋਂ ਹਾਂ, ਇਹ ਨਹੀਂ ਕਿਹਾ ਮੈਂ ਹਿੰਦੂ ਹਾਂ। ਉਹਨਾਂ ਨੇ ਕਿਹਾ, ਪਾਂਚ ਤਤ ਕਾ ਪੁਤਲਾ ਨਾਨਕ ਰੱਖਿਆ ਨਾਉ। ਹੇ ਯੋਗੀਓ, ਮੇਰਾ ਸਰੀਰ 5 ਤੱਤਾਂ ਦਾ ਬਣਿਆ ਹੋਇਆ ਹੈ ਅਤੇ ਮੇਰੇ ਮਾਂ ਪਿਓ ਨੇ ਮੇਰਾ ਨਾਂ ਨਾਨਕ ਰੱਖਿਆ ਹੈ। ਦਿਸ ਇਜ਼ ਮਾਈ ਟੋਟਲ ਆਈਡੈਂਟੀਫਿਕੇਸ਼ਨ। ਯੋਗੀਆਂ ਦੇ ਨਾਲ ਜੋ ਚਰਚਾ ਹੋਈ, ਉਸ ਦਾ ਵਰਣਨ ਗੁਰਦੇਵ ਇਸ ਪੌੜੀ ਵਿੱਚ ਬਹੁਤ ਸੁੰਦਰ ਢੰਗ ਨਾਲ ਕਰ ਰਹੇ ਹਨ। ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰਹਿ ਵਿਭੂਤ। ਗੁਰਦੇਵ ਫਰਮਾਉਂਦੇ ਹਨ, ਹੇ ਜੋਗੀ, ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇਂ, ਮਿਹਨਤ ਨੂੰ ਖੱਪਰ ਤੇ ਝੋਲੀ ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ ਪਿੰਡੇ ਤੇ ਮਲੇ, ਤਾਂ ਤੈਨੂੰ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਹੋ ਸਕਦੀ ਹੈ। ਇਸ ਪੰਕਤੀ ਵਿੱਚ ਪਤ ਸ਼ਬਦ ਆਇਆ ਹੈ, ਜੋ ਇੱਕ ਵਚਨ ਹੈ। ਇੱਥੇ ਇਸ ਦਾ ਅਰਥ ਭਾਂਡਾ ਅਥਵਾ ਪਿਆਲਾ ਹੈ। ਗੁਰੂ ਨਾਨਕ ਸਾਹਿਬ ਜੋਗੀਆਂ ਨੂੰ ਸਮਝਾਉਂਦੇ ਹਨ, ਸੰਤੋਖ ਦੀ ਮੁੰਦਰਾ ਨਾਲ ਹੀ ਜੀਵਨ ਸਫਲ ਹੋ ਸਕਦਾ ਹੈ। ਹੱਥਾਂ ਪੈਰਾਂ ਦੀ ਮੁੰਦਰਾਵਾਂ ਨੂੰ ਸਾਧਦੇ ਸਾਧਦੇ ਬਹੁਤ ਸਮਾਂ ਹੋ ਗਿਆ, ਇਹਨਾਂ ਨਾਲ ਕੁਝ ਨਹੀਂ ਹੋਏਗਾ। ਅੰਦਰ ਮੁੰਦਰਾ ਸਾਧੋ ਅਤੇ ਉਹ ਸੰਤੋਖ, ਕਿਉਂਕਿ ਜਿਹੜਾ ਸੰਤੋਖ ਦੀ ਮੁੰਦਰਾ ਨੂੰ ਪ੍ਰਾਪਤ ਕਰ ਗਿਆ, ਜਿਸਨੇ ਸੰਤੋਖ ਦੀ ਮੁੰਦਰਾ ਨੂੰ ਪਾ ਲਿਆ, ਉਸ ਦੀਆਂ ਸਾਰੀਆਂ ਚਿੰਤਾਵਾਂ ਢਹਿ ਜਾਂਦੀਆਂ ਹਨ। ਸਾਰੀਆਂ ਚਿੰਤਾਵਾਂ ਅਸੰਤੋਸ਼ ਨਾਲ ਪੈਦਾ ਹੁੰਦੀਆਂ ਹਨ। ਅਸੰਤੋਖ ਦਾ ਅਰਥ ਹੈ ਭਿਖਾਰੀਪਨ। ਸੰਤੋਖ ਦਾ ਅਰਥ ਹੈ ਮਾਲਿਕ ਹੋ ਗਏ। ਤੇ ਸੰਤੋਖ ਮਿਲਦਾ ਹੈ ਸੱਚੇ ਭੋਜਨ ਨਾਲ। ਉਹ ਭੋਜਨ ਹੈ ਪਰਮਾਤਮਾ ਦਾ ਨਾਮ, ਗੁਰਬਾਣੀ ਦਾ ਖਿਆਲ। ਤ੍ਰਿਪਤ ਪਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ। ਸੰਤੋਖ ਦੀ ਸਹੀ ਰੂਪ ਰੇਖਾ ਹੈ, ਪਹਿਲਾਂ ਤਾਂ ਇਹ ਭਾਵ ਹੋਵੇ ਕਿ ਜੋ ਮੈਨੂੰ ਮਿਲਿਆ ਹੈ ਉਹ ਪਹਿਲਾਂ ਨਾਲੋਂ ਵੀ ਜ਼ਰੂਰਤ ਤੋਂ ਵੱਧ ਹੈ।
ਸੰਗਤ ਜੀ, ਜਾਪਾਨ ਵਿੱਚ ਹੋਏ ਦੋ ਫਕੀਰਾਂ ਦੀ ਕਹਾਣੀ ਬਹੁਤ ਪਿਆਰੀ ਹੈ। ਇਹ ਦੋਵੇਂ ਫਕੀਰ ਬਰਸਾਤ ਦਾ ਮੌਸਮ ਕੱਟਣ ਲਈ ਆਪਣੀਆਂ ਕੁਟੀਆਂ ਵੱਲ ਵਾਪਸ ਪਰਤ ਰਹੇ ਸਨ। ਗੁਰੂ ਬੁੱਢਾ ਸੀ, ਚੇਲਾ ਜਵਾਨ ਸੀ। ਜਿਵੇਂ ਆਪਣੀ ਕੁਟੀਆ ਦੇ ਨੇੜੇ ਪੁੱਜੇ ਤਾਂ ਵੇਖਿਆ ਛੱਪਰ ਜ਼ਮੀਨ ਉੱਤੇ ਪਿਆ ਹੈ। ਹਨੇਰੀ ਆਈ ਹੋਣੀ, ਅੱਧਾ ਛੱਪਰ ਉੱਡ ਗਿਆ ਸੀ। ਚੇਲੇ ਨੇ ਕਿਹਾ, ਗੁਰੂ ਜੀ ਵੇਖੋ, ਅਸੀਂ ਪ੍ਰਾਰਥਨਾ ਕਰਦੇ ਕਰਦੇ ਮਰ ਜਾਂਦੇ ਹਾਂ ਅਤੇ ਉਸ ਦੇ ਵੱਲੋਂ ਇਹ ਫਲ ਹੈ। ਇਸ ਲਈ ਤਾਂ ਮੈਂ ਕਹਿੰਦਾ ਹਾਂ, ਕੋਈ ਸਾਰ ਨਹੀਂ ਪ੍ਰਾਰਥਨਾ ਦਾ, ਕੋਈ ਸਾਰ ਨਹੀਂ ਪੂਜਾ ਦਾ। ਪਰ ਜਦੋਂ ਇਹ ਸ਼ਿਸ਼ ਗੁੱਸੇ ਵਿੱਚ ਗੱਲਾਂ ਕਰ ਰਿਹਾ ਸੀ, ਉਦੋਂ ਉਸਨੇ ਵੇਖਿਆ ਕਿ ਉਸਦਾ ਗੁਰੂ ਗੋਡਿਆਂ ਪਾਰ ਹੋ ਕੇ ਬਹੁਤ ਆਨੰਦ ਭਾਵ ਨਾਲ ਆਕਾਸ਼ ਦੇ ਵੱਲ ਹੱਥ ਜੋੜ ਕੇ ਬੈਠਾ ਹੈ। ਉਹ ਗੁਨਗੁਨਾ ਕੇ ਕਹਿ ਰਿਹਾ ਹੈ ਕਿ हे ਪ੍ਰਮਾਤਮਾ, ਤੇਰੀ ਕਿਰਪਾ। ਹਨੇਰੀ ਦਾ ਕੀ ਭਰੋਸਾ, ਪੂਰਾ ਹੀ ਛੱਪਰ ਲੈ ਜਾਂਦੀ, ਜ਼ਰੂਰ ਤੂੰ ਵਿਚਾਲੇ ਆ ਕੇ ਰੋਕਿਆ ਹੋਣਾ ਹੈ ਅਤੇ ਅੱਧਾ ਬਚਾਇਆ ਹੈ। ਦੋਵੇਂ ਫਕੀਰ ਕੁਟੀਆ ਵਿੱਚ ਪ੍ਰਵੇਸ਼ ਕਰ ਰਹੇ ਹਨ, ਪਰ ਇੱਕ ਸੰਤੁਸ਼ਟ ਹੈ ਅਤੇ ਇੱਕ ਅਸੰਤੁਸ਼ਟ ਹੈ। ਹਾਲਾਤ ਇੱਕ ਹਨ, ਪਰ ਦੋਹਾਂ ਦੇ ਭਾਵ ਵੱਖਰੇ ਹਨ। ਅਸੰਤੁਸ਼ਟ ਨੂੰ ਨੀਂਦ ਨਹੀਂ ਆਈ। ਸੰਤੁਸ਼ਟ ਫਕੀਰ ਆਰਾਮ ਨਾਲ ਸੌ ਗਿਆ। ਜਦ ਸਵੇਰ 4 ਵਜੇ ਉੱਠਿਆ ਤਾਂ ਅੱਧੇ ਝੋਂਪੜੇ ਵਿੱਚ ਚੰਨ ਵਿਖਾਈ ਪੈ ਰਿਹਾ ਸੀ। ਇਹ ਦੇਖ ਕੇ ਕਹਿਣ ਲੱਗਾ, हे ਪ੍ਰਭੂ, ਤੇਰਾ ਆਕਾਸ਼ ਇੰਨਾ ਨੇੜੇ ਹੈ ਅਤੇ ਅਸੀਂ ਛੱਪਰ ਨਾਲ ਰੋਕੀ ਰੱਖਿਆ। ਤੇਰਾ ਚੰਨ ਇੰਨਾ ਨੇੜੇ ਕਈ ਵਾਰੀ ਆਇਆ ਤੇ ਗਿਆ, ਅਸੀਂ ਉਸ ਨੂੰ ਛੱਪਰ ਨਾਲ ਰੋਕੀ ਰੱਖਿਆ। हे ਪ੍ਰਭੂ, ਸਾਨੂੰ ਪਤਾ ਨਹੀਂ ਸੀ, ਨਹੀਂ ਤਾਂ ਅਸੀਂ ਤੇਰੀ ਹਨੇਰੀ ਨੂੰ ਇਹ ਕਸ਼ਟ ਨਹੀਂ ਦਿੰਦੇ, ਸਾਨੂੰ ਮਾਫ ਕਰ ਦੇਣਾ। ਸੰਗਤ ਜੀ, ਇਹ ਹੈ ਸੰਤੋਖ। ਜੋ ਤੁਮ ਕਰੋ ਸੋਈ ਪਲ ਹਮਰੇ, ਪੇਖ ਨਾਨਕ ਸੁਖ ਚਰਨਾਰੇ। ਇਹ ਹੈ ਸੰਤੋਖ। ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਮੌਤ ਦਾ ਭਉ ਤੇਰੀ ਗੋਦੜੀ ਹੋਵੇ। ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੀ ਲਈ ਜੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ। ਜੋ ਮਨੁੱਖ ਸਾਰੇ ਜਗਤ ਦੇ ਜੀਵਾਂ ਨੂੰ ਆਪਣੇ ਹੀ ਸੱਜਣ ਮਿੱਤਰ ਸਮਝਦਾ ਹੈ, ਅਸਲ ਵਿੱਚ ਉਹੀ ਆਈ ਪੰਥ ਵਾਲਾ ਹੈ। ਸੰਗਤ ਜੀ, ਆਈ ਪੰਥ ਉਹ ਪੰਥ ਹੈ ਜਿਹੜਾ ਜੋਗੀਆਂ ਦੇ 12 ਫਿਰਕਿਆਂ ਵਿੱਚੋਂ ਸ਼੍ਰੇਸ਼ਟ ਗਿਣਿਆ ਜਾਂਦਾ ਹੈ। ਗੁਰਦੇਵ ਫਰਮਾਉਂਦੇ ਹਨ, ਜੇ ਆਪਣਾ ਮਨ ਜਿੱਤਿਆ ਜਾਏ ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ। ਭਾਵ, ਜਗਤ ਦੀ ਮਾਇਆ ਉਸ ਮਨੁੱਖ ਨੂੰ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਕੇਵਲ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ ਜੋ ਸਭ ਦਾ ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ, ਜੋ ਨਾਮ ਰਹਿਤ ਹੈ ਅਤੇ ਜੋ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ। ਸੰਗਤ ਜੀ, ਜੋਗ ਮਤ ਦੇ ਖਿੰਥਾ, ਮੁੰਦਰਾ, ਝੋਲੀ ਆਦਿਕ ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਉਣ ਜੋਗੇ ਨਹੀਂ ਹਨ। ਜੋ ਮਨੁੱਖ ਪਰਮਾਤਮਾ ਦੀ ਯਾਦ ਵਿੱਚ ਜੁੜੇਗਾ, ਸੰਤੋਖ ਵਾਲਾ ਜੀਵਨ ਬਣੇਗਾ ਅਤੇ ਸਾਰੀ ਖਲਕਤ ਵਿੱਚ ਉਹ ਪ੍ਰਭੂ ਵਸਦਾ ਦਿਸੇਗਾ। ਫਿਰ ਮਨੁੱਖ ਆਖੇਗਾ, ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ। ਫਿਰ ਮਨੁੱਖ ਆਖੇਗਾ, ਜਹ ਜੈ ਪੇਖੋਂ ਤੈ ਹਜੂਰ, ਦੂਰ ਕਤਹੁ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।